पिछले 15 साल तो सत्ता ਦੇ ਵਿੱਚ ਹੈ ਤੇ ਇਸ ਸੱਤਾ ਦੇ ਵਿੱਚ ਐਂਟੀ ਇਨਕੰਬੈਂਸੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਵੇਖਣ ਨੂੰ ਮਿਲੀ। ਜਿਹੜੇ ਕਹਿ ਸਕਦੇ ਆ ਟੀਚਰਸ ਨੇ, ਅਧਿਆਪਕ ਨੇ, ਉਹ ਆਪਣੀ ਨਿਯੁਕਤੀਆਂ ਨੂੰ ਲੈ ਕੇ, ਸਰਕਾਰ ਦੀ ਪਾਲਿਸੀਆਂ ਨੂੰ ਲੈ ਕੇ ਸੜਕਾਂ ਤੇ ਸੀ। ਇਸ ਤੋਂ ਇਲਾਵਾ ਬੇਰੋਜ਼ਗਾਰੀ ਜਿਹੜਾ ਇੱਕ ਵੱਡਾ ਮਸਲਾ ਸੀ, ਕਿਉਂਕਿ ਬਿਹਾਰ ਦੇ ਵਿੱਚ ਇਸ ਵਕਤ ਰੋਜ਼ਗਾਰ ਦੇ ਇੰਨੇ ਸੰਸਾਧਨ ਨਹੀਂ ਹੈ ਜਿੰਨੀ ਉੱਥੇ ਲੋੜ ਹੈ। ਇਸੇ ਕਰਕੇ ਜਿਹੜੇ ਬਿਹਾਰੀ ਨੇ ਉਹ ਲਗਾਤਾਰ ਬਾਹਰਲੇ ਸੂਬਿਆਂ ਦੇ ਵਿੱਚ ਜਾਂਦੇ ਨੇ, ਪ੍ਰਵਾਸੀ ਲੇਬਰ ਦੇ ਤੌਰ ਤੇ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਇਸ ਦਾ ਵੀ ਕਿਤੇ ਨਾ ਕਿਤੇ ਐਂਟੀ ਇਨਕੰਬੈਂਸੀ ਦੇ ਵਿੱਚ ਇਸ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਜੂਕੇਸ਼ਨ ਦੀ ਗੱਲ ਕਰੀਏ, ਕਿੰਨੀ ਕੁ ਐਜੂਕੇਸ਼ਨ ਵਿਵਸਥਾ ਬਿਹਾਰ ਦੇ ਵਿੱਚ ਹੈ, ਇੱਕ ਵੱਡਾ ਫੈਕਟਰ ਨਿਕਲ ਕੇ ਇਸ ਵਾਰ ਦੇ ਚੋਣਾਂ ਦੇ ਵਿੱਚ ਸਾਹਮਣੇ ਆਇਆ। ਇਸ ਤੋਂ ਇਲਾਵਾ ਹੈਲਥ ਸੇਵਾਵਾਂ ਦੀ ਗੱਲ ਕਰੀਏ ਤੇ ਕਿੰਨੀ ਕੁ ਹੈਲਥ ਸੇਵਾਵਾਂ ਬਿਹਤਰ ਨੇ ਬਿਹਾਰ ਦੇ ਵਿੱਚ, ਇਹ ਵੀ ਇੱਕ ਵੱਡਾ ਮਸਲਾ ਨਿਕਲ ਕੇ ਸਾਹਮਣੇ ਆਇਆ। ਕਿਉਂਕਿ ਪਹਿਲਾਂ ਬਿਹਾਰ ਦੀ ਰਾਜਨੀਤੀ ਦੇ ਵਿੱਚ ਸਵਰਨ ਔਰ ਕਹਿ ਸਕਦੇ ਹਾਂ ਕਿ ਜਿਹੜੀਆਂ ਛੋਟੀਆਂ ਜਾਤਾਂ ਨੇ ਇਹਨਾਂ ਦੇ ਮਸਲਿਆਂ ਤੇ ਚੋਣ ਲੜੇ ਜਾਂਦੇ ਸੀ, ਲੇਕਿਨ ਇਸ ਵਾਰ ਪਹਿਲੀ ਵਾਰ ਹੋਇਆ ਕਿ ਇੱਥੇ ਵਿਕਾਸ ਦੇ ਏਜੰਡੇ ਨੂੰ ਬਿਹਾਰ ਦੀ ਜਨਤਾ ਨੇ ਜ਼ਿਆਦਾ ਤਵੱਜੋ ਦਿੱਤੀ ਔਰ ਉਸੀ ਦਾ ਅਸਰ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਕਿ ਤੇਜਸਵੀ ਯਾਦਵ ਜਿਹੜੇ ਕਿ ਮੁੱਖ ਮੰਤਰੀ ਦੇ ਚਿਹਰਾ ਬਣ ਕੇ ਸਾਹਮਣੇ ਆਏ, ਉਹਨਾਂ ਨੂੰ ਬਿਹਾਰ ਦੀ ਜਨਤਾ ਦਾ ਪੂਰਾ ਸਪੋਰਟ ਜਿਹੜਾ ਫਿਲਹਾਲ ਮਿਲਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਸ਼ੁਰੂਆਤੀ ਰੁਝਾਨ ਨੇ, ਨਤੀਜੇ ਹਜੇ ਸਪਸ਼ਟ ਨਹੀਂ ਹੋ ਪਾਏ। ਕਿਸੇ ਵੀ ਸਮਾਂ ਜਿਹੜੇ ਆ ਨਤੀਜੇ ਰੁਝਾਨ ਜਿਹੜੇ ਆ ਰਹੇ ਨੇ ਉਲਟ ਫੇਰ ਵੀ ਲੈ ਸਕਦੇ ਨੇ, ਕਿਉਂਕਿ ਪਹਿਲਾਂ ਵੀ ਹੋਇਆ ਸੀ ਬਿਹਾਰ ਦੇ ਵਿੱਚ। ਜੇ ਪਿਛਲੇ ਚੋਣਾਂ ਦੀ ਗੱਲ ਕਰੀਏ ਉਸ ਦੇ ਵਿੱਚ ਵੀ ਕ੍ਰਿਸ਼ਮਾਈ ਆંકੜਾ ਜਿਹੜਾ ਉਹ ਕਿਤੇ ਨਾ ਕਿਤੇ ਦੂਜੀ ਪਾਰਟੀਆਂ ਨੂੰ ਮਿਲਦਾ ਨਜ਼ਰ ਆ ਰਿਹਾ ਸੀ, ਲੇਕਿਨ ਉਸ ਤੋਂ ਬਾਅਦ ਉਲਟ ਫੇਰ ਹੋਇਆ ਔਰ ਕਿਤੇ ਨਾ ਕਿਤੇ ਬਿਹਾਰ ਦੀ ਜਿਹੜੀ ਜਨਤਾ ਹੈ ਉਸਨੇ ਇੱਕ ਵਾਰ ਫਿਰ ਤੋਂ ਜਿਹੜੀ ਨੀਤਿਸ਼ ਪਾਰਟੀ ਹੈ ਉਸ ਤੇ ਭਰੋਸਾ ਜਤਾਇਆ ਸੀ। ਲੇਕਿਨ ਐਤਕੀ ਜਿਸ ਢੰਗ ਦੇ ਨਾਲ ਮਹਾਗਠਬੰਧਨ ਨੂੰ ਵੱਡਾ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ, ਇਹ ਬੀਜੇਪੀ ਖੇਮੇ ਲਈ ਵੀ ਕਹਿ ਸਕਦੇ ਹਾਂ ਕਿ ਸ਼ੁਭ ਸੰਕੇਤ ਨਹੀਂ ਹੈ ਔਰ ਨਾ ਹੀ ਨੀਤਿਸ਼ ਖੇਮੇ ਲਈ ਸ਼ੁਭ ਸੰਕੇਤ ਨੇ, ਕਿਉਂਕਿ ਲਗਾਤਾਰ ਅਗਰ ਆਪਾਂ ਆਰਜੇਡੀ ਦੀ ਗੱਲ ਕਰੀਏ ਜਾਂ ਫਿਰ ਜਿਸ ਢੰਗ ਦੇ ਨਾਲ ਆਪਾਂ ਮਹਾਗਠਬੰਧਨ ਦੀ ਗੱਲ ਕਰੀਏ ਉਹ ਲੀਡ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ। ਔਰ ਅਗਰ ਓਵਰਆਲ ਆਪਾਂ ਇਨ ਪੂਰੇ ਚੋਣਾਂ ਦੀ ਵੀ ਗੱਲ ਕਰੀਏ, ਜਿਸ ਢੰਗ ਦੇ ਨਾਲ ਇਸ ਚੋਣਾਂ ਦੇ ਵਿੱਚ ਧੰਨਵਾਦ ਤੁਹਾਡਾ तमाम ਜਾਣਕਾਰੀ ਲਈ। ਸੋ ANB ਨਿਊਜ਼ ਲਗਾਤਾਰ ਤੁਹਾਡੇ ਤੱਕ ਬਿਹਾਰ ਵਿਧਾਨ ਸਭਾ ਚੋਣਾਂ ਦੀ ਅਪਡੇਟ ਪਹੁੰਚਾਉਂਦਾ ਰਹੇਗਾ। ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ, ਜਲਦ ਆਉਂਦੇ ਹਾਂ ਵਾਪਸ। ਅਖੀਰਲੇ ਜਦ ਤੁਸੀਂ ਆਪਣਾ ਬਹਾਈ ਕਰਾਓਗੇ ਉਹਦੇ ਵਿੱਚ ਹੀ ਤੁਸੀਂ ਹੈਪੀ ਸੀਡਰ ਨਾਲ ਆਪਣੀ ਕਣਕ ਬੀਜ ਸਕਦੇ ਹੋ, ਤਾਂ ਕਿ ਔਰ ਹੋਇਆ ਸੀ ਪਿਛਲੀ ਵਾਰ ਲਾਇਆ, ਬੜੀ ਅੱਛੀ ਫਸਲ ਲੋਕਾਂ ਦੀ ਆਈ ਹੈ। ਅਸੀਂ ਪਿਛਲੇ 2 ਸਾਲਾਂ ਤੋਂ ਜੀ ਹੈਪੀ ਸੀਡਰ ਨਾਲ ਤੇ ਰਿਵਰਸੀਬਲ ਪਲਾਉ ਨਾਲ ਬਿਜਾਈ ਕਰ ਰਹੇ ਕਣਕ ਦੀ, ਪਰਾਲੀ ਵਿੱਚ ਗਾਲ ਕੇ ਜਾਂ ਪਰਾਲੀ ਦੀ ਮਲਚਿੰਗ ਕਰਕੇ। ਇਸ ਵਾਰ ਅਸੀਂ ਸੁਪਰ ਸੀਡਰ ਲਿੱਤਾ ਜੀ ਤੇ ਸੁਪਰ ਸੀਡਰ ਨਾਲ ਬਿਜਾਈ ਕਰਾਂਗੇ। ਪਿਛਲੀ ਵਾਰੀ ਵੀ ਕੁਛ ਰਕਬੇ ਦੇ ਵਿੱਚ ਬਿਜਾਈ ਕੀਤੀ ਸੀ ਤੇ ਉਹ ਸਾਨੂੰ ਰਿਜ਼ਲਟ ਚੰਗੇ ਮਿਲੇ ਉਹਦੇ। 2 ਸਾਲ ਹੋ ਗਏ ਸੀ ਖੇਤਾਂ ਨੂੰ ਅੱਗ ਲਾਈ ਸੀ। 2 ਸਾਲ ਪਹਿਲਾਂ ਅਸੀਂ ਹੈਪੀ ਸੀਡਰ ਲਿਆ ਸੀਗਾ ਜੀ, ਉਹਦੇ ਨਾਲ ਬੀਜਦੇ ਰਹੇ ਸੀ ਕਣਕ। ਇਹਦੇ ਵਿੱਚ ਫਾਇਦਾ ਇੱਕ ਤਾਂ ਟਾਈਮ ਵੱਧਦਾ ਜੀ ਬਹੁਤ ਜ਼ਿਆਦਾ, ਇੱਕ ਪ੍ਰਦੂਸ਼ਣ ਕਰਨ ਦੀ ਲੋੜ ਨਹੀਂ ਪੈਂਦੀ ਸੀ, ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਆਪਣੇ ਪੰਜਾਬ ਦੀ ਬਿਮਾਰੀ ਨੂੰ ਫੈਲਾ ਸਕੇ, ਕੋਵਿਡ ਨੂੰ ਹੋਰ ਜਾਂ ਆਪਣੀ ਧਰਤੀ ਨੂੰ ਖਰਾਬ ਕਰ ਸਕਦੇ, ਇਹਦੇ ਤੋਂ ਬਚੋ। ਐਤਕੀ ਆਪਾਂ ਇਸ ਆਪਣੇ ਮੁੱਢ ਨੂੰ ਅੱਗ ਨਾ ਲਾਈਏ। ਤੋ ਇਸ ਕੰਮ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਤੁਸੀਂ ਇੱਕ ਵਾਰ ਇਸ ਨੂੰ ਹੈਪੀ ਸੀਡਰ ਹੋਰ ਲਓ ਸਾਥੋਂ ਔਰ ਇਹ ਤੁਸੀਂ ਆਪਣੀ ਬਿਜਾਈ ਕਰੋ, ਤਾਂ ਕਿ ਆਪਾਂ ਆਪਣੇ ਪੰਜਾਬ ਨੂੰ, ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਬਚਾ ਸਕੀਏ। ਤੁਹਾਡਾ ਖਰਚਾ ਵੀ ਘੱਟ ਹੋਊਗਾ ਇਸ ਬਿਜਾਈ 'ਚ। ਔਰ ਤੀਸਰੀ ਗੱਲ ਕਿ ਆਪਣੀ ਧਰਤੀ ਦਾ ਆਪਾਂ ਖਿਆਲ ਰੱਖੀਏ। ਸਤਿ ਸ਼੍ਰੀ ਅਕਾਲ ਜੀ, ਮੈਂ ਪਿੰਡ ਦੌਣ ਕਲਾਂ ਨਾਮ ਕਰਮਜੀਤ ਸਿੰਘ। ਕਿਸਾਨ ਆ, ਪਿਛਲੇ 2 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ। ਮੈਨੂੰ ਉਸ 'ਤੇ ਕਾਫੀ ਫਾਇਦੇ ਮਿਲ ਰਹੇ ਨੇ। ਜਿਸ ਤਰ੍ਹਾਂ ਤੁਸੀਂ ਇੱਧਰ ਦੇਖ ਸਕਦੇ ਹੋ, ਮੇਰੀ ਜੀਰੀ ਆ, ਵਧੀਆ ਰਿਜ਼ਲਟ ਮਿਲਿਆ। ਪਿੱਛੇ ਕਣਕ ਵੀ ਵਧੀਆ ਹੋਈ ਆ। ਹੈਪੀ ਸੀਡਰ ਨਾਲ ਬੀਜੀ ਸੀ, ਇਸ ਵਾਰ ਸੁਪਰ ਸੀਡਰ ਆ, ਸੁਪਰ ਸੀਡਰ ਨਾਲ ਬੀਜਾਂਗੇ। ਤੋ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਆਪਣੇ ਪੰਜਾਬ ਦੀ ਬਿਮਾਰੀ ਨੂੰ ਫੈਲਾ ਸਕੇ, ਕੋਵਿਡ ਨੂੰ ਹੋਰ ਜਾਂ ਆਪਣੀ ਧਰਤੀ ਨੂੰ ਖਰਾਬ ਕਰ ਸਕਦੇ, ਇਹਦੇ ਤੋਂ ਬਚੋ। ਐਤਕੀ ਆਪਾਂ ਇਸ ਆਪਣੇ ਮੁੱਢ ਨੂੰ ਅੱਗ ਨਾ ਲਾਈਏ। ਤੋ ਇਸ ਕੰਮ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਤੁਸੀਂ ਇੱਕ ਵਾਰ ਇਸ ਨੂੰ ਹੈਪੀ ਸੀਡਰ ਹੋਰ ਲਓ ਸਾਥੋਂ ਔਰ ਇਹ ਤੁਸੀਂ ਆਪਣੀ ਬਿਜਾਈ ਕਰੋ, ਤਾਂ ਕਿ ਆਪਾਂ ਆਪਣੇ ਪੰਜਾਬ ਨੂੰ, ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਬਚਾ ਸਕੀਏ। ਤੁਹਾਡਾ ਖਰਚਾ ਵੀ ਘੱਟ ਹੋਊਗਾ ਇਸ ਬਿਜਾਈ 'ਚ।
ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਨੇ, ਜਿਹੜੀਆਂ ਵੋਟਾਂ ਨੇ, ਉਹਨਾਂ ਦੀ ਗਿਣਤੀ ਹੋਣੀ ਸ਼ੁਰੂ ਹੋ ਚੁੱਕੀ ਹੈ। ਸੋ ਇਸੇ ਨੂੰ ਲੈ ਕੇ ਅਪਡੇਟ ਲਵਾਂਗੇ। ਸਾਡੇ ਨਾਲ ਬਿਹਾਰ ਤੋਂ ਸਾਡੇ ਸੰਵਾਦਦਾਤਾ ਮਿਥਿਲੇਸ਼ ਮਿਸ਼ਰਾ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਮਿਸ਼ਰਾ ਜੀ, ਕਿਸ ਤਰ੍ਹਾਂ ਦੇ ਹੁਣ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਰਹੇ ਨੇ, ਕੀ ਅਪਡੇਟ ਹੈ? मिश्रा जी, विधानसभा चुनाव को लेकर किस तरह की अपडेट सामने आ रही है? तरीके से बढ़ना चाहिए था, लगभग बढ़ते चला जा रहा है। और अभी बीजेपी के कार्यालय में बैठे हैं, हम लोग यहाँ पे मौजूद है। बीजेपी की क्या कहानी है अभी पूरी तरीके से हम दिखाते चले गए कि बीजेपी में अभी तक अगर देखा जाए तो लगभग सारे के सारे कार्यकर्ता दिखाई दे रहे हैं। एकदम सुना सुना दिखाई दे रहा है। सारे कार्यकर्ताओं की जो जोर हो रही है सारी जोर लगभग ठंडा पड़ चुका है। और जिस तरीके से उनको लग रहा है कि महागठबंधन की जो बढ़त है वो धीरे धीरे बढ़ते चला जा रहा है, लेकिन राजग की जो बढ़त होनी चाहिए वो बढ़त आपको साफ तौर पर दिखाई अब कम पड़ रहा है। तो जिससे लेकर के खासकर जो कार्यकर्ताओं की जो जोर होनी चाहिए वो तमाम जो अब धीरे धीरे फीका नजर आ रहा है। महागठबंधन की जो बढ़त है वो महागठबंधन की बढ़त अभी लगातार जारी दिखाई दे रहा है। मिथिलेश, जेकर कुछ दिन पहले की बात करें, जब चोन प्रचार हो रहा था, तो जो तेजस्वी यादव है उनकी बात करें तो जो वक्-वक् सियासी पार्टियां हैं उनको घेरती हुई नजर आ रही थी इस मुद्दे पर कि उनके जो पिताजी हैं उन पर जो चारा घोटाले के इल्जाम लगे हैं और वो देश बिहार को क्या देंगे। सबसे अहम बातें हैं कि महागठबंधन के सबसे सिरमौर माने जाते हैं तेजस्वी यादव, और तेजस्वी यादव की जिस तरीके से बातें कही जा रही है, खासकर उनके पिता की बातें कही जा रही है, लालू प्रसाद यादव के ऊपर में जो लगे हुए हैं आरोप, उन तमाम आरोपों को नजरअंदाज करते हुए सीधे तौर पर अगर देखा जाए तो आपकी बार जनता सीधी तेजस्वी की तरफ ध्यान दी है। आपको बताते चले कि जब खासकर मिथिलेश, आपको रोकना चाहेंगे लखनऊ से सुनील यादव क्या कुछ कह रहे हैं, आपको सुनाते हैं। किसान, पिछड़ा, दलित, मुसलमान सारे लोग सड़कों पर थे, भाजपा के खिलाफ थे, भाजपा की नीतियों के खिलाफ थे, नीतीश कुमार के गठबंधन के खिलाफ थे। उन सब चीजों को देखते हुए और जिस तरीके से एग्जिट पोल आए और आज जिस तरीके से रुझान आ रही है कि बिहार में जो तेजस्वी यादव के नेतृत्व में महागठबंधन है वो एनडीए को पीछे छोड़ रहा है, तो इसका मतलब है जो एग्जिट पोल ने बताया कि तेजस्वी यादव की सरकार बन सकती है, भाजपा की सरकार हट सकती है, नीतीश कुमार हट सकते हैं, वो साफ साफ रुझानों में भी दिखाई दे रहा है। देखिए, उत्तर प्रदेश की 7 सीटों के आने हैं। 1 सीट समाजवादी पार्टी की थी, 6 सीटें भारतीय जनता पार्टी की थी। हमें उम्मीद है, भरोसा है, जिस तरीके से लोगों में गुस्सा था सरकार के खिलाफ, योगी जी के खिलाफ, किसानों में, बेरोजगार नौजवानों में, वो गुस्सा देखने को मिलेगा। समाजवादी पार्टी भारतीय जनता पार्टी की सीटें छीनेगी। सो दादे के मिथिलेश मिश्रा हमारे संवाददाता बिहार से हमारे साथ लाइव जुड़े हुए हैं। मिथिलेश, तभी नेता, जो तमाम नेता हैं वो बड़े बड़े वादे करते हुए नजर आ रहे थे इलेक्शन से पहले, और अब जनता है जो उनको जवाब देगी कि जनता किसको जो आगे ले आती है और बिहार विधानसभा चुनाव में कौन से नेता की जो सरकार बनती है और कौन मुख्यमंत्री होगा, और जनता जो रोजगार, नौकरी जहाँ और मुद्दे हैं उनको चुनेगी। खास करके जब महागठबंधन की बातें की गई थी, आरजेडी ने जब अपनी सीधे तौर पर कहा था कि यहाँ के युवाओं को 10 लाख नौकरियां देंगे, उसी समय आप राजग के भी जो लोग थे वे सीधे तौर से कहे थे कि 19 लाख लोगों को भी हम लोग नौकरी देंगे। तो जिस तरीके से नौकरी की दौड़ खास करके बिहार में दिखाई दिया था, वो अब लगभग धीरे धीरे साफ पटल खुलते चला गया है। जहाँ पे 10 लाख की नौकरी की बातें कही गई थी, वही 19 लाख नौकरी की भी बातें कही गई थी। लेकिन यहाँ युवा जोश के साथ में युवा सरकार बनाने की बातें जो खास करके युवा के साथ में तेजस्वी को देखा गया, और महागठबंधन की तमाम दौर अब धीरे धीरे आगे बढ़त लेते चला जा रहा है। जो रुझान सामने नहीं आ रहे, खास करके तमाम 38 जिलों के, या आप सीधे तौर पर कह दें जिस 243 विधानसभा वोट है, उन तमाम वोटों पर अगर देखें रुझान, तो सबसे ज्यादा रुझान महागठबंधन का दिखाई देते चला जा रहा है। तो अब ये कहा जा सकता है कि जो वादे शुरुआती दौर में किए गए थे, तमाम वादे अब सड़कों पर दिखाई देने लगे हैं। और जिस तरीके का ये कही जा रही थी कि युवा जोश के साथ में नौकरी की बातें कही जा रही थी, वो तो दरकिनार कर दीजिए। दूसरी बातें सामने आ रही है, बातें कि जिस तरीके की जो
सोच थी, खास करके एक तरफ जहाँ पे नीतीश कुमार ये कहा करते थे कि अब की बार जो विकास की दौर है, विकास के दौर में हम वोट मांगने चले गए थे और विकास की वोट के ही विकास जिस तरीके का बढ़त हमने मांग किया उसी बढ़त की तहत में हमें सारे वोट चाहिए थे। लेकिन इस तमाम बिंदु पर अगर देखा जाए तो सीधे तौर पर युवा की जिस तरीके का सोच होनी चाहिए था, युवा जोश जिस तरीके से तेजस्वी में दिखाई दिया, वो अब की बार जनता ने भी उनको सरोकार कर करके सीधे तौर पर साथ बनाने की तैयारी कर चुके हैं। लेकिन अभी वक्त है, अभी वक्त जल्दबाजी कही जा सकती है, अभी सीधे तौर पर कह सकते हैं कि अभी रुझान बहुत सारे भी बाकी है। अब और ये भी कह सकते हैं कि राजा की भी बढ़त हो सकती है, महागठबंधन की बढ़त हो सकती है, लेकिन इन तमाम बढ़तों के बीच में महागठबंधन का सबसे ज्यादा बढ़त अभी सामने में दिखाई दे रहा है। मिथिलेश, तेजस्वी यादव ने 10 लाख युवा को नौकरी देने की जो बात कही थी, उस तरह जो हम 2017 की बात करें तो पंजाब के जो मुख्यमंत्री है सत्ता में आने से पहले उन्होंने भी वादा किया था नौकरी देने के लिए, और जो विरोधी पक्ष हैं उन पर सवाल उठा रहे हैं कि बताएं वो कांग्रेस वाले के कौन कौन से युवा को नौकरी मिली है। देखिए, यहाँ पर अहम बातें हैं कि जब राजद का सरकार था तो 6 लाख नौकरियां उन्होंने दिया था, लेकिन 10 लाख नौकरी देने के अपनी बार महागठबंधन की सरकार बनेगा तो अब सबसे पहला कैबिनेट की बातें होंगी, तो उसमें सबसे पहला काम यही होगा कि इन्हें नौकरी देने की बातें कही जाएगी। तमाम जो विभाग है, सारे विभागों से वैकेंसी निकालने की बातें कही जा रही है और वैकेंसी निकालने के बाद 10 लाख लोगों को, खासकर के युवाओं को नौकरी देने की बातें महागठबंधन की तरफ से, खासकर के राजद के जो सुप्रीमो लालू प्रसाद यादव के पुत्र तेजस्वी ने लिया था कि कुछ रिकॉर्ड बनाने की तैयारी लगभग यहाँ पे होने की हो चुकी है। तो अब ये कहा जा सकता है कि इस तरीके का दौर था, वो दौर अब लगभग विराम की स्थिति होते चले जा रही है। जी मिथिलेश, तेजस्वी यादव हैं जो जब चोन प्रचार चल रहा था वो जो नीतीश कुमार से सवाल पूछते नजर आ रहे थे कि बताएं उन्होंने 15 साल में क्या कुछ किया है बिहार वासियों के लिए, जो बिहार वासी उनको वोट डालें। आप सीधे तौर पर हम 15 साल की बातें ना करके 30 साल की बातें करें। जब 1990 से लेकर के 2005 तक आपके आरजेडी का सरकार हुआ करता था, लेकिन उसके बाद फिर एक परिवर्तन की दौर चला जिसमें 2005 से लेकर के 2020 तक का परिवर्तन की रैली में जिस तौर पे ये आपके नीतीश कुमार का राज्य आ गया। लेकिन अब इस परिवर्तन की फिर दौर एक बार कही जा सकती है, इनके 30 साल के दरमियान में परिवर्तन रहा, 15-15 साल के आंकड़े रहा है, जिसके साथ में अब की बार फिर 2020 में महागठबंधन की तैयारी लगभग करने की तैयारी होती है। जी मिथिलेश, धन्यवाद आपका तमाम जानकारी देने के लिए। सुधार दिए कि बिहार विधानसभा चोणां ਦੇ ਜਿਹੜੇ ਨਤੀਜੇ ਨੇ ਉਹ ਅੱਜ ਲਾਲੇ ਜਾਣਗੇ ਅਤੇ ਚੋਣਾਂ ਨੇ ਜਿਹੜੀਆਂ ਵੋਟਾਂ ਨੇ ਉਹਨਾਂ ਦੀ ਗਿਣਤੀ ਹੋਣੀ ਸ਼ੁਰੂ ਹੋ ਚੁੱਕੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਬਿਹਾਰ ਵਿਧਾਨ ਸਭਾ ਦੇ ਵਿੱਚ ਕੌਣ ਮੁੱਖ ਮੰਤਰੀ ਬਣਦਾ ਤੇ ਕਿਸ ਨੂੰ ਬਿਹਾਰ ਦੀ ਜਨਤਾ ਜਿਹੜੀ ਉਹ ਮੁੱਖ ਮੰਤਰੀ ਬਣਿਆ ਹੋਇਆ ਦੇਖਣਾ ਚਾਹੁੰਦੀ ਹੈ। ਸੋ ਹੁਣ ਤੱਕ ਲਈ ਇੰਨਾ ਹੀ, ਧੰਨਵਾਦ। खबर चाहे सियासत की हो या सरकार की, खबर चाहे भ्रष्टाचार की हो या गुनहगार की, दिन भर में क्या रहा देश जगत का हाल, किस मुद्दे ने बनाई किसकी सरकार, रखते हैं हम सब पर नजर, पहुंचाते हैं हम हर खबर। हम हैं ANB न्यूज। सबसे